लेकिन अज मैं डंके की चोट ते कहना कांग्रेस हारी ते 5 साल के माफिए राज। वो माफिए के खिलाफ लड़ाई किसी निजी बंदे नाल नहीं सी, वो एक सिस्टम सी, वो चंद बंदियां दी तिजारत सी, चंद बंदियां दा धंधा सी जिहड़ा स्टेट नूं दीमक वांग खा रहा सी। ਉਹਦੇ ਚ ਚੀਫ ਮਿਨਿਸਟਰ ਇਨਵੋਲਵ ਸੀ, ਬੀਤ ਗਏ, ਚਲੇ ਗਏ, ਉਹੀ ਚਿਹਰੇ ਸੀ ਤੇ ਜਿਹੜੇ ਮੁੱਖ ਮੰਤਰੀ ਸੀ ਉਹ ਇਹ ਕਹਿੰਦੇ ਸੀਗੇ ਵੀ ਆਹ ਹੋ ਰਿਹਾ ਸੀਗਾ, ਮੇਰੀ ਗਲਤੀ ਹੈ, ਮੈਂ ਰੋਕਿਆ ਨਹੀਂ। ਕਿਉਂ ਰੋਕਿਆ ਨਹੀਂ? ਚਲਾਉਣ ਵਾਲੇ ਤੁਸੀਂ। ਉਸ ਤੋਂ ਬਾਅਦ ਵੀ ਜਿਹੜੇ ਚਿਹਰੇ ਆਏ ਕਿੰਤੂ ਪਰੰਤੂ, ਜਿਨ੍ਹਾਂ ਨੇ ਸੱਤਾ ਮਾਣੀ ਨਿੱਜੀ ਸਵਾਰਥ ਕਰਕੇ ਅਗਰ ਨਾ ਮਾਣੀ ਹੁੰਦੀ ਔਰ ਸੂਬੇ ਦੇ ਲਈ ਪਾਲਿਸੀਆਂ ਨੀਤੀਆਂ ਲਿਆਂਦੀਆਂ ਹੋਣ, ਉਹੀ ਇਸ ਸਰਕਾਰ ਦੇ। ਮੈਂ ਭਗਵੰਤ ਨੂੰ ਛੋਟਾ ਭਾਈ ਮੰਨਦਾ, ਪ੍ਰਧਾਨ ਸੰਸਥਾ ਸਰੂਪ ਹੁੰਦਾ। ਇਸ ਕਰਕੇ ਇਹ ਕੋਈ ਵਿਅਕਤੀ ਵਿਸ਼ੇਸ਼ ਦੀ ਇੱਜ਼ਤ ਨਹੀਂ ਹੈ, ਇੱਕ ਸੰਸਥਾ ਦੀ ਇੱਜ਼ਤ। ਲੋਕ ਆਉਣੇ ਆ, ਪ੍ਰਧਾਨ ਬਣਨੇ ਆ, ਜਾਣੇ ਆ, ਲੇਕਿਨ ਇਹ ਸੰਸਥਾ ਹਮੇਸ਼ਾ ਰਹਿਣੀ ਹੈ। ਇਸ ਕਰਕੇ ਇਹ ਸੰਸਥਾ ਸਰਵੋੱਚ ਹੈ ਔਰ ਇਹਨੂੰ ਇਹਦਾ ਬਣਦਾ ਆਦਰ ਮਾਨ ਸਨਮਾਨ ਹਮੇਸ਼ਾ ਮਿਲੇਗਾ। ਕਾਂਗਰਸ ਤੁਸੀਂ ਦੇਖੋਗੇ ਕਿ ਇਹ सम्मान ਦਿੰਦੀ ਆਈ ਹੈ। ਉਮਰ ਦਾ ਕੋਈ ਤਕਾਜ਼ਾ ਨਹੀਂ, ਇੱਕ ਪਦਵੀ ਹੈ ਜਿਹਦੀ ਇੱਜ਼ਤ ਹੈ ਔਰ ਸਭ ਨੂੰ ਉਸ ਕੁਰਸੀ ਦੇ ਥੱਲੇ ਰਹਿ ਕੇ ਕੰਮ ਕਰਨਾ ਪਊਗਾ। ਲੇਕਿਨ ਵਿਅਕਤੀਗਤ ਤੌਰ ਦੇ ਉੱਤੇ ਮੇਰਾ ਇਹ ਵਿਚਾਰ ਹੈ ਕਿ ਕਾਂਗਰਸ ਨੂੰ ਰੀਇਨਵੈਂਟ ਕਰਨਾ ਪਊਗਾ। ਰਾਜੇ ਦੀ ਜਿਹੜੀ ਸਰਪ੍ਰਸਤੀ ਹੈ ਇੱਕ ਯੁਵਾ ਊਰਜਾ ਦਾ ਪ੍ਰਤੀਕ ਹੈ, लेकिन एक समेल है, टीम गेम है, एक दूसरे की इज्जत, एक दूसरे की सफलता दे विच अपना हिस्सा पाना। दुख तो बहुत शरीक हो जाते हैं, लेकिन खुशी शरीक होना बहुत जरूरी है। उस खुशी को अपनी खुशी मनना यह भी बहुत जरूरी है। सब तो जिहड़ी अहम गल मैं अज करना चाहना, जदों मैं कहना कि कांग्रेस नूं नवीनीकरण करना पैना, कांग्रेस अगर एनालाइज करूगी, और मैं पहला बिल्कुल नहीं बोलिया, हर बंदे नूं अधिकार है बोलण दा, लेकिन अज मैं डंके की चोट ते कहना कांग्रेस हारी ते 5 साल के माफिए राज करके हारी। उस माफिए के खिलाफ मैं लड़दा रहा। वो माफिए के खिलाफ लड़ाई किसी निजी बंदे नाल नहीं सी, वो एक सिस्टम सी, वो चंद बंदियां दी तिजारत सी, चंद बंदियां दा धंधा सी जिहड़ा स्टेट नूं दीमक वांग खा रहा सी। ਉਹਦੇ ਚ ਚੀਫ ਮਿਨਿਸਟਰ ਇਨਵੋਲਵ ਸੀ, ਬੀਤ ਗਏ, ਚਲੇ ਗਏ, ਗੁੰਮ ਗਏ, ਸਮਝੇ ਨਹੀਂ? ਜਦ ਤੱਕ ਰਾਜਨੀਤੀ ਵਪਾਰੀ ਬਣ ਕੇ ਰਹੇਗੀ ਉਹਦੀ ਇੱਜ਼ਤ ਨਹੀਂ ਹੋਏਗੀ। ਕਿਉਂਕਿ ਅਗਰ ਤੁਸੀਂ ਰਾਜਨੀਤੀ ਦਾ ਧੰਦਾ ਬਣਾ ਕੇ ਅੱਜ ਪੰਜਾਬ ਦੇ ਵਿੱਚ ਖੜੇ ਹੋ ਜਾਓਗੇ ਤੇ ਜਿਹੜਾ ਸਟੇਟ ਦਾ ਐਕਸਚੇਕਰ ਹੈ ਉਹਨੂੰ ਨਿੱਜੀ ਜੇਬਾਂ 'ਚ ਪਾਉਣ ਲੱਗ ਜਾਓਗੇ ਤੇ ਜਾਂ ਪੰਜਾਬ ਰਹੇਗਾ ਜਾਂ ਮਾਫੀਆ। ਅੱਜ ਵੀ ਉਸੇ ਪੰਜਾਬ ਦੇ ਅਸਤਿਤਵ ਦੀ ਲੜਾਈ ਹੈ, ਕਿਸੇ ਪਦ ਦੀ ਨਹੀਂ। ਇਹਨੂੰ ਸਾਰੇ ਲੋਕ ਸਮਝ ਗਏ ਹੁਣ, ਸਮਝਦੇ ਹੋ? ਜਿੱਦਣ ਇਹ ਮਾਫੀਆ ਮੁੱਕਿਆ, ਪੰਜਾਬ ਜਿੱਦਣ ਮਾਫੀਆ ਮੁਕਤ ਹੋਇਆ, ਉਸ ਦਿਨ ਪੰਜਾਬ ਉੱਠ ਖੜੇਗਾ। ਔਰ ਜਦ ਤੱਕ ਇਸ ਮਾਫੀਏ ਦੇ ਨਾਲ ਲਿਪਤ ਲੋਕ ਔਰ ਬੜਾ ਡੂੰਘਾ, ਜਿਵੇਂ ਬੋੜ ਦਾ ਪੇੜ ਹੁੰਦਾ ਨਾ, ਉਹਦੀਆਂ ਜੜਾਂ ਹੁੰਦੀਆਂ ਨੇ ਨੀਚੀਆਂ ਤੇ ਉੱਪਰੋਂ ਮੁੱਛਾਂ ਵੀ ਪਾ ਕੇ ਥੱਲੇ ਆ ਜਾਂਦੀਆਂ ਨੇ, ਇਹਨੂੰ ਪੱਟਣਾ ਔਖਾ ਹੁੰਦਾ। ਲੇਕਿਨ ਜਿਹੜੇ ਸੂਬੇ ਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲੇ ਨੇ, इश्क करने वाले ने, वो लड़ते रहणगे बगैर किसी नफे नुकसान का सोच रखे। सो ये जिहड़ी अहमियत वाली गल सी, अज जिहड़ी सरकार आई भी है वो इसे बदलाव करके आई। पौने 5 साल वही चेहरे सी ते जिहड़े मुख मंत्री सी वो ये कहंदे सीगे भी आह हो रहा सीगा, मेरी गलती है, मैं रोकिया नहीं। क्यों रोकिया नहीं? चलाउण वाले तुसीं। उस तो बाद भी जिहड़े चेहरे आए किंतु परंतु, जिन्हां ने सत्ता माणी निजी स्वार्थ करके अगर ना माणी हुंदी और सूबे दे लई पालिसीआं नीतियां लिआंदियां होण, ਉਹੀ इस सरकार दे। मैं भगवंत नूं छोटा भाई मंनदा, अगर वो माफिए के खिलाफ लड़ाई लड़ेगा, क्योंकि सिस्टम बड़ा गहरा है, तुणके वजणगे। जे ते तुणके खांदा रहा फिर ते गल होर है। जे आपदे निज ईमानदारी और ईमानदार है वो, अज तक मैं उहदे ते कदे उंगल नहीं चुकी। अगर वो इहदे खिलाफ लड़ेगा, मेरा सहयोग है पार्टियां तो उत्ते उठ के, क्योंकि ये लड़ाई पंजाब के अस्तित्व की है, पंजाब की एग्जिस्टेंस की है। और पंजाब की एग्जिस्टेंस इसे चीज से डिपेंडेंट है
ਔਰ ਉਹ ਰੋਡ ਮੈਪ ਜਿਹੜਾ ਹੈਗਾ ਉਹਦੇ ਚ ਉਹੀ ਹੈ, ਜਿਹੜੇ ਲੋਕ ਨਿੱਜੀ ਸ਼ਰਾਬ ਵੇਚਦੇ ਸੀ ਉਹਨਾਂ ਤੋਂ ਖੋਣੀ ਪੈਣੀ ਕਿਉਂਕਿ ਉਹ ਇਨਕਮ ਪੰਜਾਬ ਦੀ ਰੇਤ ਜੇ ਸਪਲਾਈ ਰੋਕ ਦੋਗੇ ਅੱਜ 12000 ਦੀ ਟਰਾਲੀ ਹੈ। ਉਹ ਇੱਕ ਪਾਲਿਸੀ ਬਣਾਉਣੀ ਪੈਣੀ ਹੈ ਤੁਹਾਨੂੰ, ਨੀਤੀਆਂ ਦੇ ਨਾਲ ਹੀ ਪੰਜਾਬ ਉੱਤੇ ਆਏਗਾ ਔਰ ਨੀਤੀਆਂ ਇਮਾਨਦਾਰੀ ਨੈਤਿਕਤਾ ਮੋਰਲ ਅਥਾਰਟੀ। ਜੇ ਤੁਸੀਂ ਆਪੋਜੀਸ਼ਨ 'ਚ ਵੀ ਹੋਏ, ਮੈਂ ਲਾਸਟ ਗੱਲ ਕਹਿਣ ਲੱਗਿਆ, ਉਸ ਤੋਂ ਬਾਅਦ ਸਵਾਲ ਮੇਰੇ ਨਾਲ ਕਰਿਓ ਨਾ, ਕਿਉਂਕਿ ਮੈਂ ਜੋ ਗੱਲ ਕਹਿਣੀ ਹੈ ਮੈਂ ਕਹਿ ਦਿੰਦਾ ਔਰ ਮੈਨੂੰ ਕਦੇ ਜ਼ਿੰਦਗੀ ਦੇ ਵਿੱਚ ਕੋਈ ਡਰ ਨਹੀਂ, ਕੋਈ ਭੈ ਨਹੀਂ। ਭੈ ਉਸੇ ਨੂੰ ਹੁੰਦਾ ਹੈ ਜਿਹੜਾ ਅੰਦਰੋਂ ਘਬਰਾਇਆ ਹੁੰਦਾ ਹੈ ਈਡੀ ਤੋਂ, ਹੋਰਾਂ ਚੀਜ਼ਾਂ ਤੋਂ। ਜਿਹੜੀ ਮੋਰਲ ਅਥਾਰਟੀ ਹੈ, ਇਮਾਨਦਾਰੀ ਹੈ, ਸੱਚ ਦੀ ਰਾਹ ਵਾਲੇ ਤੇ ਤੁਰਨ ਵਾਲੀ, ਉਹ ਕਦੇ ਘਬਰਾਉਂਦੇ ਨਹੀਂ, ਸਮਝੇ ਨਹੀਂ। ਇਸ ਕਰਕੇ ਆਪੋਜੀਸ਼ਨ 'ਚ ਵੀ ਅਗਰ ਕੋਈ ਰਹਿ ਸਕਦਾ ਹੈ ਔਰ ਤਕੜਿਆਂ ਰਹਿ ਸਕਦਾ ਹੈ, ਉਹਨੂੰ ਨੈਤਿਕਤਾ ਦੀ ਤਾਕਤ ਚਾਹੀਦੀ ਹੈ। ਨਹੀਂ ਤੇ ਪਰਾਏ ਪੁੱਤ ਫੱਟ ਈਡੀ ਨਾਲ ਟਾਂ ਕਰਕੇ ਬਾਂਹ ਮਰੋੜ ਦਿੰਦੇ ਆ। ਇੱਥੇ ਵਾਲੇ ਹੀ ਦੇਖਿਓ ਤੁਸੀਂ ਕਿੰਨਿਆਂ ਦੇ ਖਾਤੇ ਖੁੱਲਣੇ ਆ, ਆਵਾਜ਼ ਨਹੀਂ ਆਉਂਦੀ ਉਹਨੂੰ, ਫਿਰ ਕਹਿਣਾ ਮਾਨ ਸਾਹਿਬ, ਫਿਰ ਐ ਹੁੰਦਾ, ਸਮਝੋ। ਇਸ ਕਰਕੇ ਅਗਰ ਸਵਾਲ ਵੀ ਕਰਨੇ ਆ ਔਰ ਅਗਰ ਪੰਜਾਬ ਨੂੰ ਸੰਵਾਰਨ ਦੇ ਨੀਤੀਗਤ ਤਰੀਕੇ ਨਾਲ ਉੱਤੇ ਲਿਆਉਣ ਦੇ, ਪਾਲਿਸੀ, ਬਜਟਰੀ ਐਲੋਕੇਸ਼ਨ, ਪੰਜਾਬ ਦੇ ਪੈਸੇ ਪੰਜਾਬ ਦੇ ਖਜ਼ਾਨੇ 'ਚ, ਤੇ ਫਿਰ ਮੋਰਲ ਅਥਾਰਟੀ ਚਾਹੀਦੀ ਹੈ। ਸਵਾਲ ਵੀ ਉਹ ਕਰ ਸਕਦਾ ਜਿਹੜਾ ਇਮਾਨਦਾਰ ਹੋਵੇ। ਇਸ ਕਰਕੇ ਆਉਣ ਵਾਲਾ ਸਮਾਂ ਇਮਾਨਦਾਰਾਂ ਦਾ ਹੈ। 50-60 ਐਸੇ ਲੀਡਰ ਕਾਂਗਰਸ 'ਚ ਜਿਨ੍ਹਾਂ ਤੇ ਲੋਕ ਭਰੋਸਾ ਕਰਦੇ ਹੋ ਕਿ ਲੋਕਾਂ ਨੂੰ ਲੱਗੇ ਹਾਂ ਵਾਕਈ ਹੀ ਬਦਲਾਵ ਹੈ। ਇਹ ਉਹ ਵਪਾਰੀ ਨਹੀਂ ਗਏ, ਇਹ ਉਹ ਰੇਤਾ ਵੇਚਣ ਵਾਲੇ ਨਹੀਂ ਗਏ, ਔਰ ਇਹ ਵਾਕਈ ਹੀ ਪੰਜਾਬ ਦੀ ਉਸਾਰੀ ਦੇ ਲਈ ਆਏ। ਮੈਂ ਰਾਜੇ ਨੂੰ ਇਹ ਕਿਹਾ ਕਿ ਪਰਮਾਤਮਾ, ਮੈਂ ਤੇਰੀ ਖੁਸ਼ੀ 'ਚ ਬਹੁਤ ਸ਼ਰੀਕ, ਮੈਂ ਬਹੁਤ ਵਧਾਈਆਂ ਦਿੰਦਾ ਔਰ ਆਸ ਕਰਦਾ ਪਰਮਾਤਮਾ ਤੋਂ ਕਿ ਬਹੁਤ ਤਰੱਕੀਆਂ ਬਖਸ਼ੇ, ਦਿਲੋਂ ਦੁਆ ਕਰਦਾ। ਇਸ ਕਰਕੇ ਆਉਣ ਵਾਲਾ ਸਮਾਂ ਇਹ ਦੱਸ ਦੇਗਾ ਕਿ ਰਾਜੇ ਦਾ ਕਿੰਨਾ ਕੁ ਸਹਿਯੋਗ ਕੌਣ ਕਰ ਰਿਹਾ, ਕਿਉਂਕਿ ਸੰਗਠਿਤ ਹੋਈ ਸ਼ਕਤੀ ਜਿੱਤ ਦਾ ਕਾਰਨ ਹੈ, ਵਿਭਾਜਿਤ ਹੋਈ ਸ਼ਕਤੀ ਪਤਨ ਦਾ ਕਾਰਨ ਹੈ। ਮੇਰੀ ਲੜਾਈ ਸੰਗਠਨ ਨਾਲ ਨਾ ਸੀ, ਨਾ ਹੈ, ਨਾ ਰਹੇਗੀ। ਮੇਰੀ ਲੜਾਈ ਮਾਫੀਏ ਨਾਲ ਹੈ। ਇਹ ਲੜਾਈ ਨੇਕੀ ਬਦੀ ਦੀ ਹੈ, ਇਹ ਲੜਾਈ ਧਰਮ ਦੀ ਹੈ, ਇਹ ਲੜਾਈ ਪੰਜਾਬ ਦੇ ਪੱਖੀ ਤੇ ਸਵੈ ਨਿਜ ਸਵਾਰਥਾਂ ਨਾਲ ਬੰਨੇ ਹੋਏ ਲੋਕਾਂ ਦੀ ਹੈ। ਉਹ 100 ਨੇ ਤੇ ਪੰਜਾਬੀ 3 ਕਰੋੜ ਹੈ। ਮੈਂ 3 ਕਰੋੜ ਵੱਲ ਖੜਾ। ਥੈਂਕ ਯੂ।